ਹੋ ਜਿਸ ਤਰ੍ਹਾਂ ਦੇ ਪਰਸਨਲ ਅਟੈਕ ਤੁਸੀਂ ਕਰ ਰਹੇ ਹੋ, ਉਹ ਪਰਸਨਲ ਅਟੈਕ ਬੜੀ ਚੰਗੀ ਗੱਲ ਨਹੀਂ ਆ। ਇਹ ਵਾਰ-ਵਾਰ ਆਪਾਂ ਗੱਲ ਕਰ ਰਹੇ ਹਾਂ ਵੀ ਆਪਣੇ ਤਾਂ ਸਿਧਾਂਤਕ ਵਖਰੇਵੇਂ ਆ, ਹੋਰ ਤਾਂ ਆਪਣਾ ਕੋਈ ਵਖਰੇਵਾਂ ਹੀ ਨਹੀਂ ਆ। ਜੇ ਅਸੀਂ ਕਹੀਏ ਕੋਈ ਜਥੇਬੰਦੀ ਜਾਂ ਕੋਈ ਵਿਅਕਤੀ ਇਸ ਸੰਘਰਸ਼ ਨੂੰ ਕੋਈ ਠੇਸ ਜਾਂ ਕੋਈ ਨੁਕਸਾਨ ਪਹੁੰਚਾ ਸਕਦਾ, ਉਹ ਤਾਂ ਨਹੀਂ ਹੋ ਸਕਦਾ। ਜੇ ਇਸ ਸੰਘਰਸ਼ ਦਾ ਜਾਂ ਇਸ ਸਟਰਗਲ ਦਾ ਪਾਰਟ ਸਾਨੂੰ ਮੰਨਦੇ ਨਹੀਂ ਤੁਸੀਂ, ਇਹਦਾ ਜਵਾਬ ਤੁਸੀਂ ਪਲੀਜ਼ ਹੁਣ ਪਬਲਿਕਲੀ ਦਿਓ। ਜਿਵੇਂ ਸਰਕਾਰਾਂ ਦੀ ਸਮਝ ਆਇਆ, ਸਰਕਾਰ ਜਿਵੇਂ ਗੱਲ ਕਰਦੀ ਆ ਵੀ ਦੇਖੋ ਜਿਹੜੇ ਇੱਥੇ ਲੋਕ ਬੈਠੇ ਆ ਉਹ ਕਿਸਾਨ ਨਹੀਂ ਆ, ਉਹ ਕਿਸੇ ਪੋਲੀਟੀਕਲ ਏਜੰਡੇ ਹੇਠ ਆਏ ਹੋਏ ਲੋਕ ਆ ਜਾਂ ਗਮਰਾਹ ਕੀਤੇ ਹੋਏ ਲੋਕ। ਜੇ ਤੁਸੀਂ ਸਾਨੂੰ ਇਸ ਸੰਘਰਸ਼ ਦਾ ਜਾਂ ਇਸ ਸਟਰਗਲ ਦਾ ਪਾਰਟ ਮੰਨਦੇ ਹੋ, ਫਿਰ ਤਾਂ ਸਾਨੂੰ ਇਕੱਠੇ ਬੈਠਣਾ ਚਾਹੀਦਾ, ਸਾਡੇ ਆਈਡੀਆਜ਼ ਤੁਹਾਨੂੰ ਲੈਣੇ ਚਾਹੀਦੇ ਆ। ਸਾਡੇ ਜਿਹੜੇ ਤੁਹਾਡੇ ਨਾਲ ਸਿਧਾਂਤਕ ਵਖਰੇਵੇਂ ਹੋ ਸਕਦੇ ਆ, ਔਰ ਸਿਧਾਂਤਕ ਵਖਰੇਵੇਂ ਜਦੋਂ ਇਕੱਠੇ ਮਿਲ ਕੇ ਬੈਠਾਂਗੇ ਉਦੋਂ ਸਿਧਾਂਤਕ ਵਖਰੇਵੇਂ ਵੀ ਕਈ ਵਾਰੀ ਅਸੀਂ ਠੀਕ ਕਰ ਸਕਦੇ ਆ, ਜਾਂ ਉਹਨਾਂ ਵਖਰੇਵਿਆਂ ਨੂੰ ਅਸੀਂ ਇੱਕ ਕਾਮਨ ਗਰਾਊਂਡ ਤੇ ਜਾਂ ਕਾਮਨ ਪੇਜ ਤੇ ਲਿਆ ਸਕਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਹੀ ਇੱਕ ਪੋਜ਼ਿਟਿਵ ਨੋਟ ਤੇ ਆਪਾਂ ਇਹ ਗੱਲਾਂ ਕਰਨੀਆਂ, ਕਿਉਂਕਿ ਪਰਸੋਂ ਜਿਹੜੀ ਆਪਣੀ ਟਾਕ ਹੋਈ ਸੀ, ਉਸ ਟਾਕ 'ਚ ਕਿਸਾਨ ਜਥੇਬੰਦੀਆਂ ਦੀ ਲੀਡਰਸ਼ਿਪ ਨੂੰ ਆਪਾਂ ਇੱਕ ਬੇਨਤੀ ਕੀਤੀ ਸੀ, ਤੇ ਉਹਨਾਂ ਨੂੰ ਇਹੀ ਬੇਨਤੀ ਕੀਤੀ ਸੀ ਵੀ ਆਪਾਂ ਇਕੱਠੇ ਹੋਈਏ, ਇੱਕ ਟੀਮ ਵਰਕ ਬਣਾ ਕੇ ਚੱਲੀਏ, ਤੇ ਸਾਡੇ ਕੁਝ ਆਈਡੀਆਜ਼ ਆ, ਉਹਨਾਂ ਆਈਡੀਆਜ਼ ਨੂੰ ਤੁਸੀਂ ਕੰਸੀਡਰ ਕਰੋ, ਸਾਡੀ ਰਿਪਰੈਜ਼ੈਂਟੇਸ਼ਨ ਨੂੰ ਕੰਸੀਡਰ ਕਰੋ। ਤੇ ਉਹਦੇ ਤੇ ਜਿਹੜਾ ਜਵਾਬ ਆਇਆ ਵੀ ਦੀਪ ਸਿੱਧੂ ਜਾਂ ਅਸੀਂ ਸਾਰੇ ਉਹਨਾਂ ਦੀਆਂ ਮਿਹਨਤਾਂ ਤਰਲੇ ਕਰ ਰਹੇ ਹਾਂ, ਸੋ ਇਹ ਬੜੀ ਸੁਖਾਵੀਂ ਗੱਲ ਜਾਂ ਇੱਕ ਚੰਗੀ ਗੱਲ ਨਹੀਂ ਹੁੰਦੀ। ਇਸ ਕਰਕੇ ਨਹੀਂ ਹੁੰਦੀ, ਅਸੀਂ ਇੱਕ ਸੰਘਰਸ਼ 'ਚ ਬੈਠੇ ਹਾਂ, ਉਸ ਸੰਘਰਸ਼ 'ਚ ਜਿਸ ਭਾਵਨਾ 'ਚੋਂ ਇਹ ਗੱਲ ਅਸੀਂ ਕਹੀ ਸੀ, ਜਿਸ ਭਾਵਨਾ 'ਚੋਂ ਇਹ ਗੱਲ ਕਹੀ ਸੀ, ਉਹ ਭਾਵਨਾ ਸੀ ਲੋਕ ਹਿੱਤ ਦੀ, ਸੰਘਰਸ਼ ਦੇ ਹਿੱਤ ਦੀ, ਜਾਂ ਇੱਕ ਟੀਮ ਵਰਕ ਦੀ ਤੇ ਏਕਾ ਬਣਾ ਕੇ ਰੱਖਣ ਦੀ। ਕਿਉਂਕਿ ਜੇ ਅਸੀਂ ਏਕਾ ਬਣਾ ਕੇ ਰੱਖਾਂਗੇ ਤੇ ਆਪਦੇ ਆਈਡੀਆਜ਼ ਨੂੰ ਜਾਂ ਆਪਦੇ ਜਿਹੜੇ ਸਟ੍ਰੈਟੇਜਿਕ ਸਾਡੇ ਕੋਲੇ ਕੁਝ ਰਣਨੀਤੀ ਬਣਾਉਣ ਦੇ ਜਿਹੜੇ ਸਾਡੇ ਪੈਂਤੜੇ ਆ, ਉਹਨਾਂ ਨੂੰ ਡਿਸਕਸ ਕਰਾਂਗੇ, ਉਹਦੇ ਨਾਲ ਕਿਤੇ ਨਾ ਕਿਤੇ ਅਸੀਂ ਮਜ਼ਬੂਤ ਹੀ ਹੋਵਾਂਗੇ। ਕਿਉਂਕਿ ਜਿਹੜੀ ਸਰਕਾਰ ਦੇ ਖਿਲਾਫ ਅਸੀਂ ਲੜ ਰਹੇ ਹਾਂ, ਉਹਨਾਂ ਕੋਲੇ ਬਹੁਤ ਜ਼ਿਆਦਾ ਰਿਸੋਰਸਿਸ ਵੀ ਆ, ਔਰ ਮਲਟੀ ਪੁਆਇੰਟ ਇਨਫੋਰਮੇਸ਼ਨ ਨਾਲ ਅਸੀਂ ਲੜ ਰਹੇ ਹਾਂ। ਮਲਟੀ ਪੁਆਇੰਟ ਇਨਫੋਰਮੇਸ਼ਨ ਨੂੰ ਜੇ ਤੁਸੀਂ ਸਮਝਦੇ ਹੋ ਤਾਂ ਉਹਨਾਂ ਕੋਲੇ ਇਹੋ ਜਿਹੇ ਪਲੇਟਫਾਰਮ ਆ ਜਿੱਥੋਂ ਉਹ ਆਪਦਾ ਬਿਰਤਾਂਤ ਜਾਂ ਆਪਦਾ ਨੈਰੇਟਿਵ ਲੋਕਾਂ 'ਚ ਸਿੱਟਦੇ ਆ, ਤੇ ਸਾਡੇ ਕੋਲੇ ਲਿਮਿਟਿਡ ਰਿਸੋਰਸਿਸ ਆ, ਜਾਂ ਉਸ ਤਰ੍ਹਾਂ ਦੇ ਮਲਟੀ ਪੁਆਇੰਟ ਇਨਫੋਰਮੇਸ਼ਨ ਨੂੰ ਟੱਕਰ ਦੇਣ ਦਾ ਜਾਂ ਡਿਸਟਰੋਏ ਦੇਣ ਦਾ ਸਾਡੇ ਕੋਲੇ ਰਿਸੋਰਸਿਸ ਲਿਮਿਟਿਡ ਆ, ਪਰ ਫਿਰ ਵੀ ਅਸੀਂ ਬਾਖੂਬੀ ਨਿਭਾ ਰਹੇ ਹਾਂ। ਸੋ ਜੋ ਕਿ ਸਾਡੇ ਸੰਘਰਸ਼ੀ ਬੰਦਿਆਂ ਦੀ, ਜਾਂ ਆਪਾਂ ਕਹਿ ਲਈਏ ਜਿਹੜੀਆਂ ਰੂਹਾਂ, ਜਿਹੜੀਆਂ ਜਥੇਬੰਦੀਆਂ ਇਸ ਸੰਘਰਸ਼ 'ਚ ਸ਼ਮੂਲੀਅਤ ਕਰ ਰਹੀਆਂ, ਉਹਨਾਂ ਦੀ ਬਹੁਤ ਵੱਡੀ ਇਹ ਦੇਣ ਆ, ਜਾਂ ਉਹਨਾਂ ਦੀ ਇੱਕ ਬਹੁਤ ਵੱਡਾ ਯੋਗਦਾਨ ਆ ਇਹ। ਪਰ ਆਪਾਂ ਅਸਲ ਗੱਲ ਤੇ ਆਉਣੇ ਆ। ਅਸਲ ਗੱਲ ਇਹ ਆ ਵੀ ਪਰਸੋਂ ਆਪਾਂ ਇਹ ਗੱਲ ਕੀਤੀ ਸੀ ਵੀ ਇਸ ਸੰਘਰਸ਼ ਦਾ ਜਿਹੜਾ ਮੂਲ ਖਾਸਾ, ਪਹਿਲਾਂ ਤਾਂ ਉਹਨੂੰ ਸਮਝ ਲਈਏ। ਜਿਸ ਤਰ੍ਹਾਂ ਦੀ ਵਿਆਪਕ ਇੱਥੇ ਸ਼ਮੂਲੀਅਤ ਹੋਈ ਆ, ਇੱਕ ਡਾਈਵਰਸ ਪਾਰਟਿਸਿਪੇਸ਼ਨ ਹੋਈ ਆ, ਉਹਨੂੰ ਸਮਝ ਲਈਏ। ਇਹ ਆਪਾਂ ਗੱਲ ਕੀਤੀ, ਤਾਂ ਇਸੇ ਕਰਕੇ ਇਹ ਗੱਲ ਸਾਹਮਣੇ ਆਈ ਵੀ ਇਹ ਸੰਗਤ ਦਾ ਸੰਘਰਸ਼ ਬਣ ਗਿਆ, ਲੋਕਾਂ ਦਾ ਸੰਘਰਸ਼ ਬਣ ਗਿਆ, ਇਹ ਕਿਸੇ ਵਿਅਕਤੀ ਜਾਂ ਕਿਸੇ ਜਥੇਬੰਦੀ ਤੱਕ ਲਿਮਿਟਿਡ ਨਹੀਂ ਰਿਹਾ। ਸੋ ਇਸੇ ਭਾਵਨਾ 'ਚੋਂ ਇਹ ਗੱਲ ਆਪਾਂ ਲੈ ਕੇ ਆਏ ਵੀ ਅਸੀਂ ਇਕੱਠੇ ਹੋਈਏ, ਇੱਕ ਟੀਮ ਵਰਕ ਕਰਕੇ ਚੱਲੀਏ, ਤੇ ਇਹ ਬੇਨਤੀ ਸਹਿਤ ਤੁਹਾਨੂੰ ਅਸੀਂ ਇਹ ਗੱਲਾਂ ਦੱਸ ਰਹੇ ਹਾਂ। ਬਾਰ-ਬਾਰ ਸੋਸ਼ਲ ਮੀਡੀਆ ਤੇ ਆ ਕੇ ਗੱਲ ਇਸ ਕਰਕੇ ਦੱਸਣੀ ਪੈ ਰਹੀ ਆ ਕਿਉਂਕਿ ਬਿਨਾਂ ਸੋਸ਼ਲ ਮੀਡੀਆ ਤੋਂ ਸਾਡੇ ਕੋਲੇ ਹੋਰ ਕੋਈ ਰਾਹ ਹੀ ਨਹੀਂ ਆ, ਤੁਸੀਂ ਪਰਸਨਲੀ ਗੱਲ ਹੀ ਨਹੀਂ ਕਰ ਰਹੇ। ਸੋ ਇਸ ਗੱਲ ਨੂੰ ਬਈ ਉਹ ਲਾਈਟ ਬਣਾ ਕੇ ਰੱਖੋ। ਸੋ ਇਸ ਗੱਲ ਨੂੰ ਜੇ ਆਪਾਂ ਸੀਰੀਅਸਲੀ ਹੁਣ ਸਮਝਾਂਗੇ, ਇਹਦੇ ਤੇ ਥੋੜੀ ਜੀ ਗੱਲਬਾਤ ਕਰਦੇ ਹਾਂ। ਜਿਹੜੀ ਭਾਵਨਾ 'ਚੋਂ ਇਹ ਗੱਲ ਕਹੀ ਗਈ, ਉਸ ਭਾਵਨਾ ਨੂੰ ਨਹੀਂ ਸਮਝਿਆ ਗਿਆ, ਪਰ ਇਹ ਸਮਝਿਆ ਗਿਆ ਵੀ ਮਿਹਨਤਾਂ ਤਰਲੇ ਕਰ ਰਹੇ ਹਾਂ। ਪਹਿਲਾਂ ਤਾਂ ਇਹ ਗੱਲ ਆਪਾਂ ਕਲੀਅਰ ਕਰ ਲਈਏ ਵੀ ਤੁਸੀਂ ਸਾਨੂੰ ਇਸ ਸੰਘਰਸ਼ ਦਾ ਜਾਂ ਇਹ ਸਟਰਗਲ ਦਾ ਪਾਰਟ ਮੰਨਦੇ ਹੋ ਕਿ ਨਹੀਂ ਮੰਨਦੇ। ਜੇ ਤੁਸੀਂ ਸਾਨੂੰ ਇਸ ਸੰਘਰਸ਼ ਦਾ ਜਾਂ ਇਸ ਸਟਰਗਲ ਦਾ ਪਾਰਟ ਮੰਨਦੇ ਹੋ, ਫਿਰ ਤਾਂ ਸਾਨੂੰ ਇਕੱਠੇ ਬੈਠਣਾ ਚਾਹੀਦਾ, ਸਾਡੇ ਆਈਡੀਆਜ਼ ਤੁਹਾਨੂੰ ਲੈਣੇ ਚਾਹੀਦੇ ਆ। ਜੇ ਇਸ ਸੰਘਰਸ਼ ਦਾ ਜਾਂ ਇਸ ਸਟਰਗਲ ਦਾ ਪਾਰਟ ਸਾਨੂੰ ਮੰਨਦੇ ਨਹੀਂ ਤੁਸੀਂ, ਇਹਦਾ ਜਵਾਬ ਤੁਸੀਂ ਪਲੀਜ਼ ਹੁਣ ਪਬਲਿਕਲੀ ਦਿਓ
ਕਿਉਂਕਿ ਜਿਸ ਤਰ੍ਹਾਂ ਦੀਆਂ ਪੋਜੀਸ਼ਨਸ ਤੁਸੀਂ ਲੈ ਰਹੇ ਹੋ, ਜਿਸ ਤਰ੍ਹਾਂ ਦੇ ਪਰਸਨਲ ਅਟੈਕ ਤੁਸੀਂ ਕਰ ਰਹੇ ਹੋ, ਉਹ ਪਰਸਨਲ ਅਟੈਕ ਬੜੀ ਚੰਗੀ ਗੱਲ ਨਹੀਂ ਆ। ਇਹ ਵਾਰ-ਵਾਰ ਆਪਾਂ ਗੱਲ ਕਰ ਰਹੇ ਹਾਂ ਵੀ ਆਪਣੇ ਤਾਂ ਸਿਧਾਂਤਕ ਵਖਰੇਵੇਂ ਆ, ਹੋਰ ਤਾਂ ਆਪਣਾ ਕੋਈ ਵਖਰੇਵਾਂ ਹੀ ਨਹੀਂ ਆ। ਸੋ ਇਸ ਕਰਕੇ ਜਿਹੜਾ ਇਹ ਮਾਈਂਡ ਸੈਟ ਆ ਨਾ, ਜੇ ਤੁਸੀਂ ਸਾਨੂੰ ਇਸ ਸੰਘਰਸ਼ ਦਾ ਪਾਰਟ ਨਹੀਂ ਮੰਨਦੇ, ਇਹ ਜਿਹੜੀ ਸਮਝ ਆ, ਇਹ ਸਮਝ ਓਨੀ ਜਾਂ ਉਵੇਂ ਹੀ ਆ ਜਿਵੇਂ ਸਰਕਾਰਾਂ ਦੀ ਸਮਝ ਆ, ਜਾਂ ਸਰਕਾਰ ਜਿਵੇਂ ਗੱਲ ਕਰਦੀ ਆ ਵੀ ਦੇਖੋ ਜਿਹੜੇ ਇੱਥੇ ਲੋਕ ਬੈਠੇ ਆ ਉਹ ਕਿਸਾਨ ਨਹੀਂ ਆ, ਉਹ ਕਿਸੇ ਪੋਲੀਟੀਕਲ ਏਜੰਡੇ ਹੇਠ ਆਏ ਹੋਏ ਲੋਕ ਆ ਜਾਂ ਗਮਰਾਹ ਕੀਤੇ ਹੋਏ ਲੋਕ ਆ। ਹੁਣ ਜਦੋਂ ਸਰਕਾਰ ਤੇ ਸਾਡੇ 'ਚ ਕੋਈ ਫਰਕ ਹੀ ਨਹੀਂ ਰਹਿ ਜਾਂਦਾ, ਤੁਸੀਂ ਸਾਨੂੰ ਇਸ ਸੰਘਰਸ਼ ਦਾ ਪਾਰਟ ਹੀ ਨਹੀਂ ਮੰਨਦੇ ਤੇ ਸਰਕਾਰ ਸਾਨੂੰ ਕਿਸਾਨ ਨਹੀਂ ਮੰਨਦੀ, ਫਿਰ ਤਾਂ ਗੱਲ ਆ ਜਿਹੜੀ ਉਹ ਕੋਈ ਬਾਹਲੀ ਵਧੀਆ ਨਹੀਂ ਆ। ਫਿਰ ਤਾਂ ਸਰਕਾਰ ਵਾਂਗੂ ਅਸੀਂ ਬਿਹੇਵ ਕਰਨ ਲੱਗ ਗਏ। ਸੋ ਸਾਡੀ ਫਿਰ ਇੱਕ ਵਾਰ ਬੇਨਤੀ ਆ ਵੀ ਸਰਕਾਰ ਦੇ ਵਾਂਗੂ ਜਾਂ ਉਸ ਮਾਈਂਡ ਸੈਟ ਦੇ ਨਾਲ ਸੋਚਣਾ ਅਸੀਂ ਬੰਦ ਕਰੀਏ। ਅਸੀਂ ਇੱਕ ਕੰਸਟਰਕਟਿਵ ਜਾਂ ਪੋਜ਼ਿਟਿਵ ਮਾਈਂਡ ਸੈਟ ਦੇ ਨਾਲ ਸਾਰੇ ਆਪਦੇ ਜਿਹੜੇ ਸੋਚ ਆ ਉਹਨੂੰ ਪੈਦਾ ਕਰੀਏ। ਦੂਜੀ ਗੱਲ, ਇਹਦੇ ਨਾਲ ਜਿਹੜਾ ਫੰਡਾਮੈਂਟਲ ਕੁਐਸਚਨ ਆ, ਜਿਹੜਾ ਸਮਝਣਾ ਬੜਾ ਜ਼ਰੂਰੀ ਆ, ਕਿਉਂਕਿ ਜਿਸ ਤਰ੍ਹਾਂ ਦੀ ਵਾਰ-ਵਾਰ ਗੱਲਾਂ ਆ ਰਹੀਆਂ, ਜਿਸ ਤਰ੍ਹਾਂ ਦੀਆਂ ਸਟੇਟਮੈਂਟਸ ਆ ਰਹੀਆਂ, ਇਹ ਬੁਨਿਆਦੀ ਸਵਾਲ ਸਮਝਣਾ ਜ਼ਰੂਰੀ ਆ ਵੀ ਇਹ ਸੰਘਰਸ਼, ਇੱਕ ਵਾਰੀ ਫੇਰ ਮੈਂ ਰਿਪੀਟ ਕਰ ਰਿਹਾ, ਇਹ ਕਿਸੇ ਵਿਅਕਤੀ ਕਰਕੇ, ਮੈਂ ਕਹਿਣਾ ਮੇਰੇ ਕਰਕੇ ਜਾਂ ਜਥੇਬੰਦੀਆਂ ਕਰਕੇ, ਇਹ ਕਿਸੇ ਕਰਕੇ ਪੈਦਾ ਨਹੀਂ ਹੋਇਆ। ਇੱਥੇ ਅਕਾਲ ਪੁਰਖ ਵਾਹਿਗੁਰੂ ਦੀ ਕਲਾ ਵਰਤ ਰਹੀ ਆ ਤੇ ਇਸ ਗੱਲ ਨੂੰ ਸਟੇਜ ਤੋਂ ਰਾਜੇਵਾਲ ਸਾਹਿਬ ਨੇ ਇਸ ਗੱਲ ਨੂੰ ਸਟੇਜ ਤੋਂ ਮੰਨਿਆ ਵੀ ਇਹ ਸਾਡੇ ਜਥੇਬੰਦੀਆਂ ਕਰਕੇ ਏਡੀ ਵੱਡੀ ਲਾਮਬੰਦੀ ਨਹੀਂ ਹੋਈ ਆ, ਇਹ ਕਿਸੇ ਵਿਅਕਤੀ ਕਰਕੇ ਨਹੀਂ ਹੋਈ ਆ, ਇਹ ਉਸ ਵਾਹਿਗੁਰੂ ਕਰਕੇ ਉਹਦੀ ਕਲਾ ਵਾਪਰ ਰਹੀ ਆ ਤੇ ਇਸ ਖਾਤਰ ਇਹ ਲਾਮਬੰਦੀ ਹੋਈ ਆ। ਤੇ ਇਸ ਗੱਲ ਨੂੰ ਜੇ ਰਾਜੇਵਾਲ ਸਾਹਿਬ ਨੇ ਸਮਝ ਲਿਆ, ਫਿਰ ਮੈਨੂੰ ਜਾਂ ਸਾਨੂੰ ਇਹ ਗੱਲ ਸਮਝ ਨਹੀਂ ਆ ਰਹੀ ਵੀ ਬਾਕੀ ਇਸ ਗੱਲ ਨੂੰ ਕਿਉਂ ਨਹੀਂ ਸਮਝ ਪਾ ਰਹੇ। ਇਹਦੇ ਦੋ ਕਾਰਨ ਹੋ ਸਕਦੇ ਆ। ਇੱਕ ਕਾਰਨ ਇਹਦਾ ਇਹ ਆ, ਜਿਹੜੀ ਹੁੰਦੀ ਆ ਐਰੋਗੈਂਸ ਜਾਂ ਹੰਕਾਰ। ਜਦੋਂ ਸਾਡੇ 'ਚ ਹੰਕਾਰ ਜਾਂ ਐਰੋਗੈਂਸ ਹੋਵੇ ਨਾ, ਉਦੋਂ ਇਸ ਗੱਲ ਨੂੰ ਸਮਝਣਾ ਬੜਾ ਔਖਾ ਵੀ ਇਹ ਅਕਾਲ ਪੁਰਖ ਵਾਹਿਗੁਰੂ ਦੀ ਕਲਾ ਵਾਪਰ ਰਹੀ ਆ। ਉਦੋਂ ਐਂ ਲੱਗਦਾ ਹੁੰਦਾ ਵੀ ਸਾਡੀਆਂ ਪੋਜੀਸ਼ਨਾਂ ਜਾਂ ਅਸੀਂ ਇੰਨੇ ਜ਼ਿਆਦਾ ਸਟਰੋਂਗ ਆ ਤੇ ਇਸ ਖਾਤਰ ਜਾਂ ਸਾਡੇ ਕਾਲ ਤੇ ਜਾਂ ਅਸੀਂ ਬੁਲਾਇਆ ਤਾਂ ਲੋਕ ਆ ਗਏ, ਲੋਕਾਂ ਨੂੰ ਅਸੀਂ ਜਗਾਤਾ, ਫਿਰ ਉਦੋਂ ਮੈਂ ਆ ਜਾਂਦੀ ਆ ਵਿੱਚ। ਦੂਜਾ ਕਾਰਨ ਇਹਦਾ ਇਹ ਆ, ਜਿਹੜਾ ਮੇਰਾ ਪਰਸਨਲ ਵਿਊ ਇਹ ਆ ਵੀ ਇਹ ਦੂਜਾ ਕਾਰਨ ਇਹ ਆ, ਤੇ ਜਿਹੜਾ ਮੈਨੂੰ ਲੱਗਦਾ ਵੀ ਇਹੀ ਗੱਲ ਆ ਵੀ ਇਹ ਕਈ ਵਾਰੀ ਮਨੁੱਖੀ ਬੁੱਧੀ 'ਚ ਗੱਲ ਹੀ ਨਹੀਂ ਪੈਂਦੀ, ਉਹ ਕੈਲੀਬਰ ਹੀ ਨਹੀਂ ਹੁੰਦਾ ਸਾਡੇ ਕੋਲੇ ਸਮਝਣ ਦਾ। ਇੱਕ ਡਿਵਾਈਨ ਇੰਟਰਵੈਂਸ਼ਨ ਨੂੰ ਜਾਂ ਅਕਾਲ ਪੁਰਖ ਵਾਹਿਗੁਰੂ ਦੀ ਕਲਾ ਨੂੰ ਸਮਝਣ ਦਾ ਕਈ ਵਾਰੀ ਸਾਡੇ 'ਚ ਕੈਲੀਬਰ ਹੀ ਨਹੀਂ ਹੁੰਦਾ। ਸਾਨੂੰ ਇਸ ਗੱਲ ਦੀ ਸਮਝ ਹੀ ਨਹੀਂ ਹੁੰਦੀ ਵੀ ਕਿਉਂ ਐਡਾ ਵੱਡਾ ਵਰਤਾਰਾ ਵਾਪਰ ਗਿਆ, ਕਿਸ ਤਰ੍ਹਾਂ ਅਸੀਂ ਜਿਵੇਂ ਜਾਬਤੇ 'ਚ ਬੈਠੇ ਆ, ਅਨੁਸ਼ਾਸਨ 'ਚ ਬੈਠੇ ਆ। ਤੁਸੀਂ ਇੱਕ ਗੱਲ ਮੈਨੂੰ, ਅਸੀਂ ਜੇ ਆਪਾਂ ਆਪਸ 'ਚ ਵੀ ਗੱਲ ਕਰਦੇ ਰਹਿੰਦੇ ਆ ਵੀ ਐਡਾ ਵੱਡਾ ਜਾਬਤਾ ਕਿਸੇ ਡਿਵਾਈਨ ਇੰਟਰਵੈਂਸ਼ਨ ਤੋਂ ਬਿਨਾਂ, ਅਕਾਲ ਪੁਰਖ ਵਾਹਿਗੁਰੂ ਦੀ ਕਲਾ ਤੋਂ ਬਿਨਾਂ ਰਹਿ ਸਕਦਾ? ਬਿਲਕੁਲ ਨਹੀਂ। ਪੰਜਾਬੀ ਤਾਂ ਦੂਜੇ ਦਿਨ ਲੜ ਪੈਂਦੇ ਆ, ਅੱਜ ਤੱਕ ਪਤਾ ਨਹੀਂ ਕਿੰਨੇ ਸਿਰ ਪਾੜੇ ਹੋਣੇ ਸੀ ਇੱਕ ਦੂਜਿਆਂ ਦੇ। ਸੋ ਐਡਾ ਵੱਡਾ ਜਾਬਤਾ, ਐਡੀ ਵੱਡੀ ਜਿਹੜੀ ਲਾਮਬੰਦੀ, ਔਰ ਜਿਸ ਤਰ੍ਹਾਂ ਚੜ੍ਹਦੀ ਕਲਾ, ਜਿਸ ਤਰ੍ਹਾਂ ਜੋ ਜਜ਼ਬਾ ਦਿਖਾਇਆ ਜਾ ਰਿਹਾ, ਇਹ ਉਸ ਡਿਵਾਈਨ ਇੰਟਰਵੈਂਸ਼ਨ ਤੋਂ ਬਿਨਾਂ ਨਹੀਂ ਹੋ ਸਕਦਾ ਸੀ। ਸੋ ਇਸ ਗੱਲ ਨੂੰ ਜੇ ਅਸੀਂ ਸਮਝ ਲਾਂਗੇ ਤੇ ਜਿੰਨਾ ਜਲਦੀ ਸਮਝ ਲਾਂਗੇ, ਮੇਰੇ ਖਿਆਲ 'ਚ ਸਾਡੇ ਜਿਹੜੇ ਸੰਘਰਸ਼ ਦੇ ਨਤੀਜੇ ਆ ਉਹ ਬੜੇ ਸੁਖਾਵੇਂ ਨਿਕਲਣਗੇ। ਕਿਉਂਕਿ ਹੁਣ ਇਸ ਸੰਘਰਸ਼ ਨੂੰ ਜੇ ਅਸੀਂ ਕਹੀਏ ਕੋਈ ਜਥੇਬੰਦੀ ਜਾਂ ਕੋਈ ਵਿਅਕਤੀ ਇਸ ਸੰਘਰਸ਼ ਨੂੰ ਕੋਈ ਠੇਸ ਜਾਂ ਕੋਈ ਨੁਕਸਾਨ ਪਹੁੰਚਾ ਸਕਦਾ, ਉਹ ਤਾਂ ਨਹੀਂ ਹੋ ਸਕਦਾ। ਕਿਉਂਕਿ ਸੰਗਤ ਰੂਪੀ ਫੈਸਲੇ ਲਏ ਜਾਂਦੇ ਆ, ਔਰ ਸੰਗਤ ਫੈਸਲੇ ਲੈਂਦੀ ਆ ਤੇ ਉਹਨਾਂ ਨੂੰ ਇੰਪਲੀਮੈਂਟ ਕਰਦੀ ਆ। ਠੀਕ ਆ, ਅਸੀਂ ਇਹ ਮੰਨਦੇ ਆ ਵੀ ਕਿਸਾਨ ਜਥੇਬੰਦੀਆਂ ਅਗਵਾਈ ਕਰ ਰਹੀਆਂ, ਤੇ ਇਸੇ ਗੱਲ ਖਾਤਰ ਅਸੀਂ ਵੀ ਮੰਨਦੇ ਆ ਵੀ ਕਿਸਾਨ ਜਥੇਬੰਦੀਆਂ ਨੇ ਵੀ ਆਪਦਾ ਰੋਲ ਨਿਭਾਇਆ, ਉਹਨਾਂ ਕੋਲੇ ਤਜਰਬਾ ਵੀ ਆ, ਤੇ ਅਸੀਂ ਇਸ ਗੱਲ ਲਈ ਉਹਨਾਂ ਦਾ ਸਤਿਕਾਰ ਵੀ ਕਰਦੇ ਆ। ਪਰ ਕਈ ਵਾਰੀ ਪੁਰਾਣੇ ਤਜਰਬਿਆਂ ਤੋਂ ਵੀ ਗਾਂਹ ਦੀਆਂ ਗੱਲਾਂ ਹੋ ਜਾਂਦੀਆਂ। ਪੁਰਾਣੇ ਤਜਰਬਿਆਂ ਤੋਂ ਕਈ ਵਾਰੀ ਸਾਨੂੰ ਥੋੜਾ ਬਹੁਤ ਅੱਗੇ ਸੋਚਣਾ ਪੈਂਦਾ, ਹੱਲ ਪਏ ਹੁੰਦੇ ਆ। ਕਈ ਵਾਰੀ ਇੱਕ ਪਾਸੇ ਜਿਵੇਂ ਆਪਾਂ ਦੇਖਦੇ ਹਾਂ, ਦੂਜੇ ਪਾਸੇ ਹੱਲ ਪਿਆ ਹੁੰਦਾ। ਸੋ ਸਾਨੂੰ ਆਪਦੇ ਆਪ ਨੂੰ ਜੇ ਅਸੀਂ ਪੂਰਾ ਪੋਜ਼ਿਟਿਵਿਟੀ ਨਾਲ ਜਾਂ ਪੋਜ਼ਿਟਿਵ ਢੰਗ ਨਾਲ ਜਾਂ ਖੋਲ ਕੇ
ਆਪਦੇ ਦਿਮਾਗ ਨੂੰ ਰੱਖਾਂਗੇ ਤੇ ਐਕਸੈਪਟੇਬਿਲਿਟੀ ਜਿਹਨੂੰ ਕਹਿੰਦੇ ਆ, ਐਕਸੈਪਟੇਬਿਲਿਟੀ ਨੂੰ ਕੀ ਕਹਿੰਦੇ ਆ ਪੰਜਾਬੀ 'ਚ, ਵੀ ਤੁਸੀਂ ਪ੍ਰਵਾਨ ਕਰੋਗੇ ਇਹਨਾਂ ਗੱਲਾਂ ਨੂੰ ਜਾਂ ਸਮਝੋਗੇ ਇਹਨਾਂ ਗੱਲਾਂ ਨੂੰ, ਤਾਂ ਮੇਰੇ ਖਿਆਲ 'ਚ ਸਾਨੂੰ ਹੱਲ ਮਿਲ ਜਾਣਗੇ। ਹੱਲ ਹੈਗੇ ਆ, ਅਸੀਂ ਆਪਸ 'ਚ ਰੋਜ਼ ਇਹੀ ਡਿਸਕਸ਼ਨ ਕਰਦੇ ਰਹਿੰਦੇ ਆ, ਸੰਗਤ 'ਚ ਜਾ ਕੇ ਇਹ ਡਿਸਕਸ਼ਨ ਕਰਦੇ ਰਹਿੰਦੇ ਆ। ਸੰਗਤ ਨੇ ਬੜੇ ਸੋਹਣੇ ਸਾਨੂੰ ਹੱਲ ਸੁਝਾਏ ਆ, ਇਨਫੈਕਟ ਲੋਕਾਂ ਨੇ ਹੱਲ ਸੁਝਾਏ, ਲੋਕਾਂ ਨੇ ਦੱਸਿਆ ਵੀ ਆਹ ਗੱਲਾਂ ਕਿਉਂ ਨਹੀਂ ਹੋ ਰਹੀਆਂ। 3 4 5 ਉਹਨਾਂ ਨੇ ਵੱਖਰੇ ਵੱਖਰੇ ਸਾਨੂੰ ਆਪਸ਼ਨਸ ਦਿੱਤੇ, ਇਹ ਲੋਕਾਂ 'ਚੋਂ ਮਿਲੇ ਆ। ਅਸੀਂ ਕੋਈ ਬਾਹਲੇ ਇੰਟੈਲੀਜੈਂਟ ਨਹੀਂ ਆ, ਅਸੀਂ ਕੋਈ ਵੱਖਰੇ ਨਹੀਂ ਪੈਦਾ ਹੋਏ, ਹਨਾ। ਜਦੋਂ ਸਾਡਾ ਲੋਕਾਂ ਨਾਲ ਕਨੈਕਟ ਹੋਊਗਾ, ਲੋਕ ਬਹੁਤ ਸੋਹਣੇ ਸੁਝਾਅ ਦੇ ਦੇਣਗੇ। ਤੇ ਜਦੋਂ ਡਾਇਸਪੋਰਾ ਜਾਂ ਜਿਹੜੇ ਸਾਡੇ ਬਾਹਰ ਬੰਦੇ ਬੈਠੇ ਆ, ਉੱਥੇ ਜਿਹੜੀ ਸੰਗਤ ਬੈਠੀ ਆ, ਉਹਨਾਂ ਦਾ ਧਿਆਨ ਜਾਂ ਉਹਨਾਂ ਦਾ ਇਸ ਟਾਈਮ, ਚਾਹੇ ਉਹ ਹੈ ਨਹੀਂ ਇਸ ਸੰਘਰਸ਼ 'ਚ, ਪਰ ਉਹ ਹੈ ਇਸ ਸੰਘਰਸ਼ 'ਚ ਹੀ, ਇਹ ਤਾਂ ਸਾਨੂੰ ਮੰਨਣਾ ਪਊ। ਹੁਣ ਉਹਨਾਂ ਨੇ ਬੜੇ ਸੋਹਣੇ ਸੁਝਾਅ ਭੇਜੇ ਆ। ਸੋ ਜੇ ਅਸੀਂ ਕਿਉਂਕਿ ਉਹ ਵੱਖਰੇ ਸਿਸਟਮ 'ਚ ਰਹਿ ਰਹੇ ਆ, ਉਹ ਉਸ ਵੈਸਟ ਦੀ ਦੁਨੀਆ 'ਚ ਰਹਿ ਰਹੇ ਆ ਜਿੱਥੇ ਉਹਨਾਂ ਨੇ ਬੜੇ ਤਰ੍ਹਾਂ ਦੇ ਤਜਰਬੇ ਵੀ ਦੇਖੇ ਆ, ਬੜੇ ਤਰ੍ਹਾਂ ਦੇ ਲਾਅ ਵੀ ਉੱਥੇ ਆਲਰੇਡੀ ਇੰਪਲੀਮੈਂਟ ਆ, ਤੇ ਉਹਦੇ ਕਨਸੀਕੁਐਂਸ ਜਾਂ ਉਹਦੇ ਕਨਸੀਕੁਐਂਸਿਸ ਨੂੰ ਕੀ ਕਹਿੰਦੇ ਆ, ਕਨਸੀਕੁਐਂਸਿਸ ਕੀ ਹੁੰਦੇ ਆ, ਵੀ ਰਿਜ਼ਲਟਸ, ਹਨਾ, ਵੀ ਉਹ ਵੀ ਉਹਨਾਂ ਨੇ ਦੇਖੇ ਆ। ਤਾਂ ਇਸ ਕਰਕੇ ਸਾਨੂੰ ਵੀ ਸੁਝਾਅ ਲੋਕਾਂ 'ਚੋਂ ਹੀ, ਸੰਗਤ 'ਚੋਂ ਹੀ ਮਿਲੇ ਆ। ਆਪਾਂ ਉਹਨਾਂ ਨੂੰ ਵਿਚਾਰੀਏ, ਟੀਮ ਵਰਕ ਬਣਾ ਕੇ ਚੱਲੀਏ। ਸਾਡੇ ਜਿਹੜੇ ਤੁਹਾਡੇ ਨਾਲ ਸਿਧਾਂਤਕ ਵਖਰੇਵੇਂ ਹੋ ਸਕਦੇ ਆ, ਔਰ ਸਿਧਾਂਤਕ ਵਖਰੇਵੇਂ ਜਦੋਂ ਇਕੱਠੇ ਮਿਲ ਕੇ ਬੈਠਾਂਗੇ, ਉਦੋਂ ਸਿਧਾਂਤਕ ਵਖਰੇਵੇਂ ਵੀ ਕਈ ਵਾਰੀ ਅਸੀਂ ਠੀਕ ਕਰ ਸਕਦੇ ਆ, ਜਾਂ ਉਹਨਾਂ ਵਖਰੇਵਿਆਂ ਨੂੰ ਅਸੀਂ ਇੱਕ ਕਾਮਨ ਗਰਾਊਂਡ ਤੇ ਜਾਂ ਕਾਮਨ ਪੇਜ ਤੇ ਲਿਆ ਸਕਦੇ ਆ। ਪਰ ਇਹਦਾ ਮੈਂ ਤੁਹਾਨੂੰ ਐਗਜ਼ਾਮਪਲ ਦੇ ਦਿੰਦਾ। ਐਗਜ਼ਾਮਪਲ ਇਹ ਆ ਵੀ ਜਦੋਂ ਪਿਛਲੀ ਮੀਟਿੰਗ ਹੋਈ, 4 ਤਰੀਕ ਵਾਲੀ ਮੀਟਿੰਗ ਹੋਈ, ਉੱਥੇ ਜਿਹੜੇ ਸਾਡੀਆਂ ਰੂਹਾਂ ਇੱਥੋਂ ਜਾਂ ਜਿਹੜੇ ਸ਼ਖਸੀਅਤਾਂ ਸਾਡੇ ਤੋਂ ਵਿਛੜ ਗਈਆਂ, ਅਕਾਲ ਚਲਾਣਾ ਕਰ ਗਈਆਂ, ਤੁਸੀਂ ਸਰਕਾਰ ਨਾਲ ਬੈਠ ਕੇ ਉਹਨਾਂ ਰੂਹਾਂ ਨੂੰ ਸ਼ਰਧਾਂਜਲੀ ਦੇ ਰਹੇ ਹੋ। ਜਿਹੜੇ ਉਹਨਾਂ ਦੀ ਮੌਤ ਦੇ ਜ਼ਿੰਮੇਦਾਰ ਆ, ਉਹਨਾਂ ਨਾਲ ਬੈਠ ਕੇ ਸ਼ਰਧਾਂਜਲੀ ਦੇ ਰਹੇ ਹੋ। ਇਹ ਤਾਂ ਜਮਾਂ ਉਹੀ ਗੱਲ ਹੋ ਗਈ ਵੀ ਜਿਵੇਂ 84 ਦੇ ਜਿਹੜੇ ਸਾਡੀ ਸਿੱਖ ਜੈਨੋਸਾਈਡ ਹੋਈ ਸੀ, ਉਹਦੇ ਜਿਹੜੇ ਜ਼ਿੰਮੇਵਾਰ ਲੋਕ ਸੀ ਉੱਥੇ, ਸੱਜਣ ਕੁਮਾਰ ਜਾਂ ਟਾਈਟਲਰ, ਅਸੀਂ ਉਹਨਾਂ ਬੰਦਿਆਂ ਨਾਲ ਬਹਿ ਕੇ ਕਹੀਏ ਵੀ ਉਹ ਸਾਡੀਆਂ ਰੂਹਾਂ ਨੂੰ ਸ਼ਰਧਾਂਜਲੀ ਦਿਓ। ਇਹ ਤਾਂ ਉਹਨਾਂ ਰੂਹਾਂ ਦੀ ਤੋਹੀਨ ਹੋਊਗੀ, ਤੇ ਉਹਨਾਂ ਰੂਹਾਂ ਨੂੰ ਕਿੰਨਾ ਦੁੱਖ ਪਹੁੰਚੂਗਾ ਵੀ ਕਾਤਲਾਂ ਨੂੰ ਬਿਠਾ ਕੇ ਅਸੀਂ ਕਹੀਏ ਵੀ ਉਹਨਾਂ ਨੂੰ ਸ਼ਰਧਾਂਜਲੀ ਦਿਓ। ਸੋ ਇਸ ਖਾਤਰ ਇਹ ਗੱਲ ਹੋ ਸਕਦਾ ਤੁਸੀਂ ਰਿਅਲਾਈਜ਼ ਨਾ ਕੀਤੀ ਹੋਵੇ, ਅਣਜਾਣੇ 'ਚ ਇਹ ਗੱਲ ਹੋ ਸਕਦੀ ਹੋਵੇ, ਪਰ ਜਦੋਂ ਕੌਮਾਂ ਲੜਾਈ ਲੜਦੀਆਂ ਨਾ, ਔਰ ਸਪੈਸ਼ਲੀ ਜਦੋਂ ਜਿਸ ਤਰ੍ਹਾਂ ਗੁਰੂ ਸਾਹਿਬਾਨਾਂ ਨੇ ਸਾਨੂੰ ਲੜਾਈ ਲੜਨਾ ਸਿਖਾਇਆ, ਅਸੀਂ ਗੈਰਤਾਂ ਦੇ ਨਾਲ ਲੜਾਈ ਲੜਦੇ ਹਾਂ। ਗੈਰਤਾਂ ਤੋਂ ਬਿਨਾਂ ਕੌਮਾਂ ਲੜਾਈ ਨਹੀਂ ਲੜਦੀਆਂ। ਜੇ ਤੁਸੀਂ ਇਹ ਕਹੋਗੇ ਵੀ ਇਹ ਸ਼ਿਸ਼ਟਾਚਾਰ ਸੀ, ਇਹ ਸ਼ਿਸ਼ਟਾਚਾਰ 'ਚੋਂ ਅਸੀਂ ਗੱਲ ਕੀਤੀ। ਸ਼ਿਸ਼ਟਾਚਾਰ ਤਾਂ ਜਾਤੀ ਹੋ ਸਕਦਾ, ਪਰ ਜਦੋਂ ਸੰਘਰਸ਼ 'ਚ ਬੈਠੇ ਆ ਨਾ, ਉਦੋਂ ਸ਼ਿਸ਼ਟਾਚਾਰ ਵੀ ਇਸ ਸੰਘਰਸ਼ ਦੀ ਰੌਸ਼ਨੀ 'ਚ ਹੀ ਦੇਖਿਆ ਜਾਣਾ ਚਾਹੀਦਾ। ਸ਼ਿਸ਼ਟਾਚਾਰ ਇਸ ਸੰਘਰਸ਼ ਦੀ ਰੌਸ਼ਨੀ ਤੋਂ ਬਿਨਾਂ ਨਹੀਂ ਕਦੇ ਸਿਰਜਿਆ ਜਾਂਦਾ। ਸੋ ਜਿਹੜੀ ਗੈਰਤ ਦੀ ਆਪਾਂ ਗੱਲ ਕਰ ਰਹੇ ਸੀ, ਜਦੋਂ ਕੌਮਾਂ ਲੜਾਈ ਲੜਦੀਆਂ, ਸਪੈਸ਼ਲੀ ਅਸੀਂ ਲੜਾਈ ਲੜਦੇ ਆ, ਜਾਂ ਸਾਡੇ ਰਹਿਬਰਾਂ ਨੇ, ਗੁਰੂਆਂ ਨੇ ਜਿਸ ਤਰ੍ਹਾਂ ਦੀਆਂ ਸਾਨੂੰ ਲੜਾਈਆਂ ਲੜਨੀਆਂ ਸਿਖਾਈਆਂ, ਉੱਥੇ ਗੈਰਤ ਤੋਂ ਬਿਨਾਂ ਅਸੀਂ ਲੜਾਈ ਨਹੀਂ ਲੜ ਸਕਦੇ। ਗੈਰਤ ਹੀ ਮਨੁੱਖੀ ਬੁੱਧੀ ਨੂੰ ਤੇ ਜਜ਼ਬੇ ਨੂੰ ਪ੍ਰਚੰਡ ਕਰਦੀ ਆ, ਤੇ ਜੇ ਗੈਰਤ ਨਾ ਹੋਵੇ ਫਿਰ ਉਹੀ ਬੁੱਧੀਆਂ ਤੇ ਜਜ਼ਬੇ ਨੂੰ ਖੁੰਡਾ ਕਰ ਦਿੰਦੀ ਆ। ਸੋ ਗੈਰਤਾਂ ਤੋਂ ਬਿਨਾਂ ਲੜਾਈਆਂ ਨਹੀਂ ਲੜੀਆਂ ਜਾ ਸਕਦੀਆਂ। ਇਹੀ ਸਿਧਾਂਤਕ ਵਖਰੇਵੇਂ ਆ, ਤੇ ਸਿਧਾਂਤਕ ਵਖਰੇਵੇਂ ਵੀ ਤਾਂ ਹੀ ਦੂਰ ਹੋਣਗੇ ਜੇ ਅਸੀਂ ਰਲ ਮਿਲ ਕੇ ਬੈਠਾਂਗੇ। ਅਸੀਂ ਤਾਂ ਤੁਹਾਨੂੰ ਫੇਰ ਇੱਕ ਸਨਵਰ ਬੇਨਤੀ ਕਰ ਰਹੇ ਹਾਂ ਵੀ ਅਸੀਂ ਇੱਕ ਟੀਮ ਵਰਕ ਬਣਾ ਕੇ ਚੱਲੀਏ, ਰਲ ਮਿਲ ਕੇ ਬੈਠੀਏ, ਵਖਰੇਵਿਆਂ ਨੂੰ ਵੀ ਦੂਰ ਕਰੀਏ, ਤੇ ਸਾਡੀ ਸਟ੍ਰੈਟਜੀ ਜਿਹੜੀ ਰਣਨੀਤੀ ਆ ਉਹ ਵੀ ਅਸੀਂ ਸਿਰਜੀਏ। ਸਾਡੀ ਰਿਪਰੈਜ਼ੈਂਟੇਸ਼ਨ, ਜੇ ਤੁਸੀਂ ਮੰਨਦੇ ਹੋ ਵੀ ਇਸ ਸੰਘਰਸ਼ ਦੇ ਅਸੀਂ ਪਾਰਟ ਆ, ਤਾਂ ਸਾਡੀ ਰਿਪਰੈਜ਼ੈਂਟੇਸ਼ਨ ਵੀ ਮੰਨੋ। ਅਸੀਂ ਇਸ ਖਾਤਰ ਵੀ ਤੁਹਾਨੂੰ ਬੇਨਤੀ ਕਰਦੇ ਹਾਂ, ਸਾਨੂੰ ਰਿਪਰੈਜ਼ੈਂਟ ਕਰਨ ਦਾ ਹੁਣ ਮੌਕਾ ਦਿਓ। ਜੇ ਤੁਸੀਂ ਕਹਿੰਦੇ ਹੋ ਸਟੇਜ ਤੋਂ ਨਾ ਬੋਲੋ, ਕੋਈ ਗੱਲ ਨਹੀਂ, ਸਟੇਜ ਤੋਂ ਆਪਾਂ ਨਹੀਂ ਬੋਲਾਂਗੇ, ਹੁਣ ਵੀ ਕਹਿ ਰਹੇ ਹਾਂ ਸਟੇਜ ਤੋਂ ਨਹੀਂ ਬੋਲਾਂਗੇ। ਪਰ ਜੇ ਫੇਰ ਵੀ ਗੱਲ ਸਮਝ ਨਹੀਂ ਆਉਂਦੀ ਆ, ਮੈਂ ਤੁਹਾਨੂੰ ਜੇ ਸੱਚੀ ਗੱਲ ਮੇਰੇ ਤੋਂ ਪੁੱਛੋ, ਰੋਜ਼ ਇੰਨੀ ਸੰਗਤ ਆਉਂਦੀ ਆ ਔਰ ਉਹ ਕਹਿੰਦੀ ਆ ਬਾਈ ਜੀ ਤੁਸੀਂ ਸਟੇਜ ਵੱਖ ਲਾਓ, ਤੁਸੀਂ ਆਪਦੀ ਗੱਲ ਲਿਜਾਣੀ ਸ਼ੁਰੂ ਕਰੋ। ਅਸੀਂ ਉਹਨਾਂ ਨੂੰ ਕਹਿੰਦੇ ਆ ਨਹੀਂ ਜੀ ਇਹ ਗੱਲ ਨਹੀਂ ਕਰਨੀ, ਆਪਾਂ ਇੱਕ ਜਾਬਤਾ ਤੇ ਏਕਾ ਨਹੀਂ ਤੋੜਨਾ। ਫੇਰ ਉਹ ਕਹਿੰਦੇ ਆ ਵੀ ਤੁਸੀਂ ਐਂ ਕਰੋ, ਤੁਸੀਂ ਮੂਹਰੇ ਲੱਗੋ। ਆਪਾਂ ਇਹੋ ਜਿਹਾ ਕੁਛ ਨਹੀਂ ਕਰਨਾ। ਇੱਕ ਵਾਰੀ ਫੇਰ ਕੋਸ਼ਿਸ਼ ਇਹ ਆ ਵੀ ਅਸੀਂ ਇਕੱਠੇ ਬਹਿ ਕੇ ਇੱਕ ਟੀਮ ਵਰਕ ਬਣਾ ਕੇ ਚੱਲੀਏ,
ਔਰ ਇੱਥੇ ਜਿਹੜੇ ਸਾਰੀ ਸਾਡੀ ਸੰਗਤ ਬੈਠੀ ਆ ਇਹਨਾਂ ਦਾ ਵੀ ਇਹੀ ਵਿਚਾਰ ਆ ਵੀ ਇੱਕ ਟੀਮ ਵਰਕ ਬਣਾ ਕੇ ਚੱਲੀਏ। ਇੰਨੀਆਂ ਕੁ ਬੇਨਤੀਆਂ ਤੁਹਾਡੇ ਨਾਲ ਕਰਨੀਆਂ ਸੀ, ਪਰ ਜੇ ਬਾਈ ਚਾਂਸ ਇਹ ਟੀਮ ਵਰਕ ਨਹੀਂ ਪੈਦਾ ਹੁੰਦਾ ਹੁਣ ਤਾਂ, ਔਰ ਜੇ ਤੁਸੀਂ ਰਿਪਰੈਜ਼ੈਂਟੇਸ਼ਨ ਨਹੀਂ ਦਿੰਦੇ ਜਾਂ ਪੋਲੀਟੀਕਲ ਡਿਪਲੋਮੈਸੀ 'ਚ ਸਾਡੀ ਰਿਪਰੈਜ਼ੈਂਟੇਸ਼ਨ ਨਹੀਂ ਲੈਂਦੇ, ਫਿਰ ਕੋਈ ਨਾ ਕੋਈ ਤਾਂ ਹੱਲ ਆਪਾਂ ਨੂੰ ਇਸ ਡੈਡਲੌਕ ਨੂੰ ਤੋੜਨ ਖਾਤਰ, ਜਿਹੜਾ ਡੈਡਲੌਕ ਬਣ ਗਿਆ ਹੁਣ ਉਹਨੂੰ ਤੋੜਨ ਖਾਤਰ ਤਾਂ ਕਰਨਾ ਪਊਗਾ ਨਾ। ਔਰ ਉਹ ਡੈਡਲੌਕ ਨੂੰ ਤੋੜਨ ਖਾਤਰ ਸੰਗਤ ਰੂਪੀ ਹੱਲ ਕਰਾਂਗੇ। ਹੱਲ ਹੈਗੇ ਆ ਤੇ ਤੁਹਾਨੂੰ ਹੱਥ ਜੋੜ ਕੇ ਜਾਂ ਬਜ਼ੁਰਗਾਂ ਨੂੰ ਸਤਿਕਾਰ ਸਹਿਤ ਅਸੀਂ ਇਹ ਬੇਨਤੀ ਕਰਦੇ ਹਾਂ ਵੀ ਆਪਾਂ ਬੈਠੀਏ ਤੇ ਬੈਠ ਕੇ ਕੋਈ ਹੱਲ ਕੱਢੀਏ। ਜੇ ਤੁਸੀਂ ਸਰਕਾਰ ਨਾਲ ਜਿਹੜੀ ਸਾਡੀ ਦੁਸ਼ਮਣ ਆ ਉਹਨਾਂ ਨਾਲ ਬੈਠ ਕੇ 7-8 ਮੀਟਿੰਗਾਂ ਕਰ ਸਕਦੇ ਹੋ ਤੇ ਸਾਡਾ ਤਾਂ ਕੁਝ ਨਹੀਂ ਵੰਡਿਆ ਹੈਨਾ। ਸੋ ਫਿਰ ਆਪਾਂ ਤਾਂ ਇੱਕ ਪਾਸੇ ਸੰਘਰਸ਼ ਲੜ ਰਹੇ ਆ, ਮਕਸਦ ਇੱਕ ਆ, ਤੇ ਫਿਰ ਸਾਡੇ ਨਾਲ ਮੀਟਿੰਗ ਕਰਨ 'ਚ ਤੁਹਾਡਾ ਮੇਰੇ ਖਿਆਲ 'ਚ ਕੁਝ ਘਟਣਾ ਨਹੀਂ। ਅਸੀਂ ਸਤਿਕਾਰ ਤੇ ਮਾਣ ਹੀ ਦੇਵਾਂਗੇ। ਬਹੁਤ ਸਾਰਾ ਪਿਆਰ ਸਤਿਕਾਰ। ਜਿਉਂਦੇ ਵਾਸਤੇ ਰਹੋ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। E5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।